ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮੰਦਰ ਇਹ ਸਰੀਰ ਹੈ। ਅੱਜ ਦਾ ਹੁਣ ਦਾ ਸਾਡਾ ਇਹ ਟੌਪਿਕ ਹੈ ਕਿ ਗੁਰੂ ਸਾਹਿਬ ਨੇ ਉਹ ਗੱਲ ਕੀਤੀ ਨਾ, ਜੋ ਬ੍ਰਹਮੰਡੇ ਸੋਈ ਪਿੰਡੇ। ਤੋ ਹਰਮੰਦਰ ਇਹ ਸਰੀਰ ਦਾ ਕਨਸੈਪਟ ਗੁਰਬਾਣੀ ਦੇ ਵਿੱਚ ਜਿਹੜਾ ਦਿੱਤਾ ਹੈ ਉਹ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮਨੁੱਖ ਨੂੰ ਕਿ ਕੋਈ ਜੰਗਲਾਂ ਵਿੱਚ, ਕੋਈ ਪਹਾੜਾਂ ਵਿੱਚ, ਕੋਈ ਰੱਬ ਨੂੰ ਢੂੰਢਣ ਦੀਆਂ ਗੱਲਾਂ ਨੇ। ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਪਹਿਲੇ ਆਪਣਾ ਆਪਾ ਆਪਣੇ ਅੰਦਰ ਦੇਖ, ਰੱਬ ਉੱਥੇ ਹੀ ਬੈਠਾ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਜਾਤ ਮੀਨ ਮਨੁੱਖਤਾ, ਮਨੁੱਖ, ਔਰ ਜੋਤ ਜਿਹੜੀ ਹੈ ਉਸ ਪਰਮਾਤਮਾ ਦੀ ਜੋਤ ਦੀ ਗੱਲ ਕੀਤੀ ਗਈ ਹੈ। ਤਾਂ ਇਹ ਗੁਰਬਾਣੀ ਦੇ ਵਿੱਚ ਹਰਮੰਦਰ ਇਹ ਸਰੀਰ ਦਾ ਕਨਸੈਪਟ ਦੇ ਉੱਤੇ ਡਾਕਟਰ ਸਾਹਿਬ ਹੁਣ ਗੱਲ ਕਰਨਗੇ ਜੀ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਇਹ ਦੂਸਰਾ ਵਿਸ਼ਾ ਹੈ, ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ, ਜੋ ਪ੍ਰਭਾਤੀ ਰਾਗ ਦੇ ਵਿੱਚ ਪੰਨਾ 1346 ਉੱਪਰ ਇਹ ਸ਼ਬਦ ਹੈ। ਕਿਉਂਕਿ ਅੱਜ ਤਕਰੀਬਨ ਸਾਡੇ ਜਿਹੜਾ ਮਨਾਂ ਵਿੱਚ ਹੈ, ਅਸੀਂ ਹਰਮੰਦਰ ਸਾਹਿਬ ਬਾਰੇ ਸ਼ਬਦ ਹਰਮੰਦਰ ਜ਼ਿਆਦਾ ਯੂਜ਼ ਕਰਦੇ ਹਾਂ। ਔਰ ਸਾਡਾ ਜਿਹੜਾ ਵਿਸ਼ਵ ਭਰ ਦੇ ਵਿੱਚ ਵੀ ਪੰਜਾਬੀ ਜਾਂ ਸਿੱਖ ਵਸਦਾ ਜਾਂ ਗੈਰ ਸਿੱਖ ਵੀ ਹੈ, ਉਹ ਹਰਮੰਦਰ ਸਾਹਿਬ ਬਾਰੇ ਹੀ ਇਹ ਸਮਝਦਾ ਕਿ ਜਿਹੜੀ ਉਹਦਾ ਬਾਹਰੀ ਰੂਪ ਹੈ, ਜਿਹਨੂੰ ਇੰਗਲਿਸ਼ ਵਿੱਚ ਆਪਾਂ ਗੋਲਡਨ ਟੈਂਪਲ ਕਹਿ ਲੈਂਦੇ ਹਾਂ, ਹਿੰਦੀ 'ਚ ਵੀ ਅਨੁਵਾਦ ਕਰਕੇ ਲਿਖਿਆ ਸੁਨਹਿਰੀ ਮੰਦਰ, ਵੀ ਸ਼ਾਇਦ ਉਸ ਹਰਮੰਦਰ ਸਾਹਿਬ ਦੀ ਹੀ ਗੱਲ ਹੈ। ਪਰ ਇਹ ਸ਼ਬਦ ਜਦੋਂ ਹਰਮੰਦਰ ਸਾਹਿਬ ਨਹੀਂ ਸੀ ਬਣਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ 3 ਵਾਰੀ ਇਸ ਹਰਮੰਦਰ ਸ਼ਬਦ ਨੂੰ ਵਰਤਿਆ। ਹਰਮੰਦਰ ਆਵੈ ਜਾਂ ਪ੍ਰਭ ਭਾਵੈ, ਜਦੋਂ ਕਿ ਅਜੇ ਅੰਮ੍ਰਿਤਸਰ ਸ਼ਹਿਰ ਵੀ ਨਹੀਂ ਸੀ ਵਸਿਆ। ਫਿਰ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਤਕਰੀਬਨ 15 ਵਾਰ ਸ਼ਬਦ ਆਇਆ ਹਰਮੰਦਰ ਸ਼ਬਦ, ਪਰ ਉਸ ਸਮੇਂ ਵੀ ਹਰਮੰਦਰ ਸਾਹਿਬ ਹੈ ਨਹੀਂ ਸੀ। ਪਰ ਚੌਥੇ ਪਾਤਸ਼ਾਹ ਦੀ ਬਾਣੀ ਵਿੱਚ ਵੀ 2 ਵਾਰ ਆਇਆ, ਔਰ ਪੰਚਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ 3 ਵਾਰ ਹਰਮੰਦਰ ਸ਼ਬਦ ਆਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਣੀ ਦੇ ਵਿੱਚ ਹਰਮੰਦਰ ਸ਼ਬਦ ਦਾ ਆਉਣਾ, ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਵੀ ਹੈ ਔਰ ਰਹੱਸ ਵੀ ਹੈ। ਕਾਰਨ ਇਹ ਹੈ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਮੰਦਰ ਸੀ, ਕਿਉਂਕਿ ਸਨਾਤਨ ਮਤ ਦੇ ਵਿੱਚ ਜਿਹੜਾ ਦੇਵ ਪੂਜਾ ਦਾ ਸਿਧਾਂਤ ਹੈ, ਵੀ ਦੇਵਤਿਆਂ ਦੀ ਪੂਜਾ, ਉਹਦੇ ਲਈ ਜਿਹੜਾ ਜੁੜ ਬੈਠਣ ਦਾ ਸਥਾਨ ਹੈ ਉਹ ਮੰਦਰ ਹੈ। ਮੰਦਰ ਭਾਰਤ ਵਿੱਚ ਬਹੁਤ ਜ਼ਿਆਦਾ ਸਨ, ਪਰ ਮੰਦਰਾਂ ਦਾ ਜਿਹੜਾ ਬਾਹਰੀ ਰੂਪ ਹੈ ਉਹ ਇੱਕ ਵੀ ਹੈ ਤੇ ਕਿਤੇ ਭਿੰਨ ਵੀ ਹੋ ਸਕਦਾ ਹੈ। ਪਰ ਉਹਦੇ ਜਿਹੜੀ ਅੰਦਰ ਦੀ ਕਾਰਜਸ਼ੈਲੀ ਸੀ, ਉਹ ਸਾਰਿਆਂ ਲੋਕਾਂ ਨੂੰ ਅਧਿਕਾਰ ਨਹੀਂ ਸੀ ਦਿੱਤਾ ਉਸ ਮੰਦਰ ਵਿੱਚ ਆਉਣ ਦਾ। ਆਪਾਂ ਸਾਰੇ ਸਮਝਦੇ ਹਾਂ ਕਿ ਕੁਝ ਜਿਹੜੀ ਸ਼੍ਰੇਣੀ ਵੰਡ ਸੀ ਸਾਡੀ, ਉਹਦੇ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਤੇ ਜਿਹੜੀ ਸ਼ੂਦਰ ਸੀਗਾ, ਉਹਨੂੰ ਤੇ ਮੰਦਰ ਵਿੱਚ ਆਉਣ ਦਾ ਨਾ ਪੜ੍ਹਨ ਦਾ ਅਧਿਕਾਰ ਸੀ ਤੇ ਨਾ ਆਉਣ ਦਾ ਅਧਿਕਾਰ ਸੀ। ਇਸੇ ਤਰ੍ਹਾਂ ਕੁਝ ਵਰਨਾਂ ਦਾ, ਕੁਝ ਜਾਤੀਆਂ ਨੂੰ ਇਸ ਮੰਦਰ ਵਿੱਚ ਮਨਾਈ ਹੈ, ਕਿਸੇ ਨੂੰ ਦੂਸਰੇ ਮੰਦਰ ਵਿੱਚ ਮਨਾਈ ਹੈ। ਕਈ ਵਾਰੀ ਪੁਜਾਰੀ ਦੀ ਪੁਜਾਰੀ ਨਾਲ ਹੀ ਨਹੀਂ ਬਣਦੀ, ਮਤਲਬ ਮੰਦਰ ਦਾ ਮੰਦਰ ਨਾਲ ਵੀ ਸਾਂਝ ਨਹੀਂ ਹੈਗੀ। ਉਹ ਕਹਿੰਦੇ ਕਿ ਜਿਵੇਂ ਹੁਣ ਸਾਕਤਮਤੀਆਂ ਦੇ ਵੀ ਮੰਦਰ ਹੈਗੇ ਨੇ, ਤੇ ਸਾਕਤਮਤੀਏ 5 ਵਕਾਰਾਂ ਨੂੰ, ਜਿਹਨੂੰ ਅਸੀਂ ਬੁਰਾਈਆਂ ਕਹਿੰਦੇ ਹਾਂ, ਉਹਨਾਂ ਦੇ ਉਹ ਧਰਮ ਦਾ ਅੰਗ ਨੇ ਕਿ ਮਾਸ ਖਾਓ, ਸ਼ਰਾਬ ਪੀਓ, ਜੂਆ ਖੇਡੋ, ਜੋ ਮਰਜ਼ੀ ਬੁਰਾਈ ਕਰੋ। ਇਹ ਵਾਮ ਮਾਰਗੀਆਂ ਦਾ ਧਰਮ ਵੀ ਪ੍ਰਚਲਿਤ ਰਿਹਾ, ਮੰਦਰ ਉਹਨਾਂ ਦੇ ਵੀ ਸਨ। ਸਤਿਗੁਰਾਂ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦ ਇਸ ਸੰਸਾਰ ਨੂੰ ਦੇਖਿਆ ਕਿ ਮੰਦਰ ਜਿਹੜੇ ਹੈ ਤਾਂ ਅਨੇਕ ਨੇ, ਪਰ ਮਨੁੱਖਤਾ ਦੀ ਏਕਤਾ ਵਾਸਤੇ ਕੁਛ ਨਹੀਂ ਕਰ ਰਹੇ। ਮਤਲਬ ਇਸ ਮੰਦਰ 'ਚੋਂ ਵਿਤਕਰਾ ਵੀ ਪੈਦਾ ਹੁੰਦਾ। ਮੰਦਰ ਦੀ ਮੰਦਰ ਨਾਲ ਸਾਂਝ ਨਹੀਂ, ਮੰਦਰ ਦੀ ਮਨੁੱਖਤਾ ਨਾਲ ਸਾਂਝ ਨਹੀਂ। ਮੰਦਰ ਜਿਹੜਾ ਦੁਨੀਆ ਦੇ ਵਿੱਚ ਵੰਡੀਆਂ ਪਾ ਕੇ ਬੈਠਾ ਹੋਇਆ, ਤੇ ਸਤਿਗੁਰਾਂ ਨੇ ਮੰਦਰ ਦੀ ਥਾਂ ਤੇ ਹਰਮੰਦਰ ਸ਼ਬਦ ਵਰਤਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ। ਪਰ ਹੁਣ ਇਹ ਹਰਮੰਦਰ ਹੋਵੇ ਕਿੱਥੇ? ਕਿਉਂਕਿ ਸਿੱਖਾਂ ਵਿੱਚ ਕੇਵਲ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦਾ ਨਾਂ ਹੀ ਹਰਮੰਦਰ ਸਾਹਿਬ ਆ। ਬਾਕੀ ਸਾਡੇ ਸਾਰੇ ਇਤਿਹਾਸਕ ਸਥਾਨਾਂ ਦਾ
ਗੁਰਦੁਆਰਿਆਂ ਦਾ ਨਾਂ ਕਿਸੇ ਦਾ ਨਾਂ ਹਰਮੰਦਰ ਨਹੀਂ ਹੈ, ਜਾਂ ਗੁਰਦੁਆਰਾ ਸਾਹਿਬ ਆ ਕਿਸੇ ਦਾ ਨਾਂ ਸਿੰਘ ਸਭਾ ਗੁਰਦੁਆਰਾ, ਕੋਈ ਖਾਲਸਾ ਦੀਵਾਨ ਹੈ, ਕੋਈ ਖਡੂਰ ਸਾਹਿਬ ਦਾ ਗੁਰਦੁਆਰਾ ਹੈ, ਗੋਇੰਦਵਾਲ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ। ਹਰਮੰਦਰ ਸ਼ਬਦ ਕੇਵਲ ਅੰਮ੍ਰਿਤਸਰ ਗੋਲਡਨ ਟੈਂਪਲ ਦਾ ਨਾਂ ਹੀ ਹਰਮੰਦਰ ਹੈ। ਪਰ ਸਤਿਗੁਰਾਂ ਨੇ ਜੋ ਬਚਨ ਕੀਤਾ ਕਿ ਹਰਮੰਦਰ ਇਹ ਸਰੀਰ ਹੈ, ਕਿ ਜਿਹੜੇ ਬਾਕੀ ਮੰਦਰਾਂ ਦੇ ਵਿੱਚ ਲੋਕਾਂ ਵਿੱਚ ਭਿੰਨਤਾ ਆ ਚੁੱਕੀ ਆ, ਨਫ਼ਰਤ ਆ ਚੁੱਕੀ ਆ, ਦਵੈਸ਼ ਭਾਵਨਾ ਆ ਚੁੱਕੀ ਹੈ, ਦੂਰ ਕਿਵੇਂ ਕੀਤੀ ਜਾਵੇ। ਜਿਹੜਾ ਇੱਕ ਪਰਮਾਤਮਾ ਦਾ ਸਿਧਾਂਤ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਉਹ ਜਿਹੜਾ ਸਭਨਾ ਜੀਆਂ ਦਾ ਇੱਕ ਦਾਤਾ ਉਹ ਵਸਦਾ ਕਿੱਥੇ ਹੈ, ਇਹਦਾ ਭੇਦ ਖਾਸ ਕਰਕੇ ਜਦੋਂ 15 ਵਾਰ ਤਕਰੀਬਨ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਹਰਮੰਦਰ ਆਇਆ, ਉਹ ਕਹਿੰਦੇ ਹਰਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਜੇ ਰਤਨ ਰੂਪੀ ਗਿਆਨ ਹੋਵੇ ਤੇ ਗਿਆਨ ਨਾਲ ਪ੍ਰਗਟ ਹੁੰਦਾ ਕਿ ਇਹ ਜਿਹੜਾ ਸਰੀਰ ਹੈ, ਮੰਦਰ ਆਪਾਂ ਘਰ ਨੂੰ ਕਹਿੰਦੇ ਆ, ਹਰ ਪ੍ਰਭੂ ਨੂੰ ਕਹਿੰਦੇ ਆ, ਵੀ ਸਰਬ ਸ਼ਕਤੀਮਾਨ ਪ੍ਰਭੂ ਦਾ ਘਰ ਮਨੁੱਖ ਦਾ ਹਿਰਦਾ ਹੈਗਾ। ਜਦੋਂ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਘਟ ਆਪਾਂ ਹਿਰਦੇ ਨੂੰ ਵੀ ਕਹਿੰਦੇ ਆ, ਘਟ ਥੋੜੇ ਨੂੰ ਵੀ ਕਹਿੰਦੇ ਆ, ਘਟ ਕਾਲੇ ਬੱਦਲਾਂ ਨੂੰ ਵੀ ਕਹਿੰਦੇ ਆ, ਮਤਲਬ ਤੇ ਘਟ ਘੜੇ ਨੂੰ ਵੀ ਕਹਿੰਦੇ ਆ। ਇਹਨੂੰ ਅਸੀਂ ਕਹਿੰਦੇ ਪਰਿਆਏਵਾਚੀ ਜਾਂ ਸਮ ਅਰਥ ਸ਼ਬਦ। ਸਮ ਅਰਥ ਵਿੱਚ ਹੁੰਦਾ ਵੀ ਇੱਕ ਸ਼ਬਦ ਦੇ ਕਈ ਅਰਥ ਬਣ ਜਾਂਦੇ ਨੇ, ਉਹਦਾ ਉਚਾਰਨ ਵੀ ਇੱਕ ਹੋਏਗਾ ਪਰ ਉਹਦੇ ਅਰਥ ਬਦਲਦੇ ਜਾਣਗੇ। ਇਸੇ ਤਰ੍ਹਾਂ ਫਿਰ ਨੌਵੇਂ ਪਾਤਸ਼ਾਹ ਜੀ ਜਦੋਂ ਸਮਝਾਉਂਦੇ ਨੇ, ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ। ਜਿਵੇਂ ਹਰ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ, ਹਰ ਸ਼ੀਸ਼ੇ ਦੇ ਵਿੱਚ ਪਰਛਾਵਾਂ ਦਿਸ ਪੈਂਦਾ, ਇਸ ਤਰ੍ਹਾਂ ਹੀ ਹਰ ਹਿਰਦੇ ਦੇ ਵਿੱਚ ਪ੍ਰਭੂ ਵਸਦਾ, ਖੋਜਣ ਦੀ ਕੋਸ਼ਿਸ਼ ਕਰੋ। ਤੇ ਤੀਸਰੇ ਪਾਤਸ਼ਾਹ ਜੀ ਨੇ ਇਹ ਜਿਹੜਾ ਕਨਸੈਪਟ ਦਿੱਤਾ ਕਿ ਜੇ ਗਿਆਨ ਹੋਵੇ ਤੇ ਫਿਰ ਇਹ ਮਨੁੱਖ ਨੂੰ ਅਹਿਸਾਸ ਹੁੰਦਾ ਕਿ ਇਹ ਹਰਮੰਦਰ ਜਿਹੜਾ ਸਰੀਰ ਹੀ ਹਰਮੰਦਰ ਹੈ। ਇਹਦੀ ਹੁਣ ਆਪਾਂ ਵਿਆਖਿਆ ਇਹ ਕਰਾਂਗੇ ਵੀ ਫਿਰ ਇਹ ਗਿਆਨ ਹੋਵੇ ਕਿਵੇਂ। ਆਸਾ ਦੀ ਵਾਰ ਵਿੱਚ ਆਪਾਂ ਸਰਵਣ ਕਰਦੇ ਹਾਂ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਫਿਰ ਹੁਣ ਦੂਜਾ ਸਵਾਲ ਹੈ ਵੀ ਮਨ ਬੱਧਾ ਕਿਵੇਂ ਰਵੇ। ਸਾਡੇ ਪੰਜਾਬੀ ਦੇ ਸਿਲੇਬਸ ਵਿੱਚ 6ਵੀਂ 7ਵੀਂ ਜਮਾਤ ਵਿੱਚ ਇੱਕ ਲੇਖ ਪੜ੍ਹਾਇਆ ਜਾਂਦਾ, ਮਨ ਜੀਤੈ ਜਗ ਜੀਤ। ਜਿਹਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ। ਸਾਡੇ 12-13 ਕਾਲਜ ਨੇ ਖਾਲਸਾ ਕਾਲਜ ਦੇ ਅੰਡਰ, ਤੇ ਜਦ ਮੈਂ ਵੱਡੇ ਵਿਦਿਆਰਥੀਆਂ ਨੂੰ, ਮਾਸਟਰ ਡਿਗਰੀ ਵਾਲਿਆਂ ਨੂੰ ਕਈ ਵਾਰੀ ਸਵਾਲ ਇਸ ਵਿਸ਼ੇ 'ਤੇ ਮੈਂ ਬੋਲਦਾ ਹੁੰਦਾ ਕਿ ਬੇਟੇ ਕਦੀ ਮਨ ਬਾਰੇ ਸੋਚਿਆ ਕਿ ਮਨ ਹੈ ਕੀ ਹੈ। ਤੁਸੀਂ ਇਹ ਰੱਟਾ ਤੇ 6ਵੀਂ 7ਵੀਂ ਜਮਾਤ ਵਿੱਚ ਆਪਾਂ ਲਾ ਲਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਪਜੀ ਸਾਹਿਬ ਦੀ ਬਾਣੀ 'ਤੇ ਆਧਾਰਿਤ ਹੈ। ਪਰ ਪਹਿਲਾਂ ਤੇ ਮਨ ਹੈ ਕੀ, ਜਿਹੜੀ ਮੈਡੀਕਲ ਸਾਇੰਸ ਹੈ ਉਹ ਇਹ ਕਹਿੰਦੀ ਹੈ ਕਿ ਮਨੁੱਖ ਦਾ ਪੋਸਟਮਾਰਟਮ ਵੀ ਕਰਕੇ ਦੇਖਿਆ, ਬਾਕੀ ਸਾਰੇ ਪਾਰਟ ਤੇ ਸਰੀਰ ਵਿੱਚ ਹਨ ਪਰ ਮਨ ਨਾਮ ਦਾ ਪਾਰਟ ਸਰੀਰ ਵਿੱਚ ਹੈ ਨਹੀਂ। ਫਿਰ ਇਹਦਾ ਉੱਤਰ ਕਿੱਥੋਂ ਆਵੇ ਕਿ ਫਿਰ ਮਨ ਹੈ ਕੀ ਹੈ। ਇਹਦਾ ਉੱਤਰ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਹੈ, ਜੋ ਸਾਡੇ ਹਰਮੰਦਰ ਦੀ ਖੋਜ ਦਾ ਆਧਾਰ ਹੈ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ। ਇੱਕ ਭਾਰਤੀ ਕਲਚਰ ਵਿੱਚ ਕਰਮ ਕੇਵਲ ਮੱਥੇ ਨੂੰ ਗਿਣਿਆ ਜਾਂਦਾ ਹੈ, ਸਤਿਗੁਰਾਂ ਨੇ ਕਰਮ ਹੱਥਾਂ ਦੀ ਕਿਰਤ ਨੂੰ ਮੰਨਿਆ। ਇਸੇ ਲਈ ਇਹਨਾਂ ਦੋਨਾਂ ਵਿੱਚ ਇੱਕ ਅੰਤਰ ਆਇਆ ਕਿ ਕੇਵਲ ਮੱਥੇ ਦੇ ਕਰਮ ਨਾਲ ਨਹੀਂ ਬਦਲਦਾ ਬੰਦਾ, ਹੱਥਾਂ ਦੇ ਕਰਮ ਨਾਲ ਬਦਲਦਾ, ਹੱਥਾਂ ਦੀ ਕਿਰਤ ਨਾਲ ਬਦਲਦਾ, ਜਿਹ 'ਤੇ ਆਪਾਂ ਗੱਲ ਕਰਕੇ ਹਟੇ ਹਾਂ। ਇਹ ਮਨ ਹੀ ਧਰਮ ਪਾਲਦਾ। ਧਰਮ ਦੇ ਅਰਥ ਤਕਰੀਬਨ 35-40 ਨੇ, ਫਰਜ਼ ਵੀ ਹੈ, ਨੇਕੀ ਵੀ ਹੈ, ਪੁੰਨ ਵੀ ਹੈ, ਭਲਾ ਵੀ ਹੈ, ਮਰਜ਼ਾਦਾ ਵੀ ਹੈ। ਧਰਮ ਨੇ ਇੱਕ ਮਰਜ਼ਾਦਾ ਵੀ ਦਿੱਤੀ ਹੈ ਸਾਨੂੰ, ਪੁੰਨ ਕਰਨਾ ਵੀ, ਦਇਆ ਕਰਨੀ ਵੀ, ਭਲਾ ਕਰਨੀ ਵੀ, ਪਰਉਪਕਾਰ ਕਰਨਾ ਵੀ। ਪਰ ਇਹ ਮਨ ਦਾ ਆਧਾਰ ਕੀ ਹੈ? ਇਹ ਮਨ ਪੰਜ ਤੱਤ ਤੇ ਜਨਮਾ। ਅਸੀਂ 5 ਤੱਤਾਂ ਦੇ ਪੁਤਲੇ ਹਾਂ, ਜਿਹੜੇ ਸਾਡੇ ਧਾਰਮਿਕ ਜਗਤ ਵਿੱਚ 5 ਤੱਤ ਗਿਣੇ ਜਾਂਦੇ ਨੇ। ਸਾਡੇ ਵਿੱਚ ਪਾਣੀ ਵੀ ਹੈ, ਅਗਨੀ ਵੀ ਹੈ, ਮਿੱਟੀ ਵੀ ਹੈ, ਹਵਾ ਵੀ ਹੈ। ਇਹ ਚਾਰੇ ਤੱਤਾਂ ਇੱਕ ਸਮਾਉਂਦੇ ਕਿੱਤੇ ਨੇ। 5ਵਾਂ ਤੱਤ ਆਕਾਸ਼ ਨੂੰ ਜਾਂ ਖਿਲਾ ਨੂੰ ਗਿਣਿਆ ਜਾਂਦਾ। ਇਹਨੂੰ ਅਸੀਂ ਸ਼ਬਦ ਭੂਤਕ ਵੀ ਵਰਤਦੇ ਹਾਂ, ਖਾਸ ਕਰਕੇ ਕਹਿੰਦੇ 5 ਭੂਤਕ ਸਰੀਰ ਤਿਆਗ ਗਿਆ। ਭੂਤ ਤੇ ਭੂਤਕ ਦਾ ਅਰਥ ਵੀ ਤੱਤ ਹੁੰਦਾ, 5 ਤੱਤਾਂ। ਜੋ ਇਹ 10ਵੇਂ ਪਾਤਸ਼ਾਹ ਦੀ ਬਾਣੀ ਵਿੱਚ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇਓ ਜਾਂ ਨਮਸਤੰ ਅਭੂਤੇ, ਹੇ ਤੱਤ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਇਸ ਤਰ੍ਹਾਂ ਹੀ ਅਭੂਤ ਤੋਂ ਅਸੀਂ ਭੂਤ ਪ੍ਰਗਟ ਹੋਏ ਹਾਂ। ਇਹ ਭੂਤਾਂ ਵਾਲੀ ਗੱਲ ਮੈਂ ਕੱਲ੍ਹ ਕਰੂੰਗਾ ਆਪਣੇ ਸਬਜੈਕਟ ਦੇ ਵਿੱਚ, ਪਰ ਅੱਜ ਆਪਾਂ ਤੱਤਾਂ ਤੱਕ ਕਰਾਂਗੇ। ਇਹ 5 ਤੱਤਾਂ ਦਾ ਪੁਤਲਾ ਹੈ। ਪਰ ਜਿੱਥੇ 5 ਤੱਤ ਇਕੱਠੇ ਹੁੰਦੇ ਆ
ਉਹਦੇ ਵਿੱਚ ਇੱਕ ਮਨ ਵੀ ਹੈ ਜਿਹੜਾ ਸੂਖਸ਼ਮ ਰੂਪ ਵਿੱਚ ਹੈ, ਕਿਉਂਕਿ ਅਸੀਂ 5 ਗਿਆਨ ਇੰਦਰੀਆਂ ਨੂੰ ਜੋ ਗਿਆਨ ਮਿਲਿਆ ਉਹ ਮਨ ਦਾ ਆਧਾਰ ਬਣਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਮਨ ਇੱਕ ਪੰਛੀ ਵਰਗਾ ਹੈ ਜਿਹੜਾ ਉੱਡ ਉੱਡ ਕੇ 10 ਦਿਸ਼ਾਵਾਂ ਵੱਲ ਜਾਂਦਾ ਹੈ। ਜਿਹੋ ਜੀ ਇਹ ਸੰਗਤ ਕਰਦਾ ਉਹੋ ਜਿਹਾ ਇਹ ਫਲ ਖਾਂਦਾ ਹੈ। ਸਾਡੇ ਪ੍ਰਾਤਨ ਸ਼ਾਸਤਰਾਂ ਵਿੱਚ ਹੈ, ਬੈਠੀਏ ਸਾਥ ਵੱਡਨ ਕੇ ਹੋਤ ਵੱਡਨ ਸਿਉ ਮੇਲ, ਸਭੈ ਜਾਣਤ बढ़त ਹੈ ਬਿਰਛ ਬਰਾਬਰ ਵੇਲ। ਕਹਿੰਦੇ ਵੱਡਿਆਂ ਕੋਲੇ ਬੈਠੀਏ ਤੇ ਵੱਡੀਆਂ ਵਾਲੀਆਂ ਗੱਲਾਂ ਆਉਂਦੀਆਂ ਨੇ। ਜਿਵੇਂ ਵੇਲ ਓਨੀ ਉੱਚੀ ਹੁੰਦੀ ਹੈ ਜਿੰਨਾ ਰੁੱਖ ਉੱਚਾ ਹੁੰਦਾ। ਜੇ 200 ਫੁੱਟ ਉੱਚਾ ਰੁੱਖ ਹੋਵੇ, ਵੇਲ ਵੀ ਚੜ੍ਹਦੀ ਚੜ੍ਹਦੀ 200 ਫੁੱਟ ਚਲੀ ਜਾਂਦੀ ਹੈ। ਤੇ ਜੇ ਵੇਲ ਹੀ ਵਿਚਾਰੀ 4.5 ਰੁੱਖ 4.5 ਫੁੱਟ ਦਾ ਹੋਵੇ ਤੇ ਵੇਲ ਵੀ 5-7 ਫੁੱਟ ਤੱਕ ਹੀ ਵਿਕਾਸ ਕਰਦੀ, ਉੱਥੇ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਉਹਦੇ ਵਿਕਾਸ ਦੀ ਜਿਹੜੀ ਦਰ ਹੈ ਉਹ ਰੁੱਖ ਦੇ ਨਾਲ ਸਮਾਈ ਹੋਈ ਹੈ। ਬੰਦੇ ਦੇ ਬੌਧਿਕ ਵਿਕਾਸ ਦੀ ਉਹਦੀ ਸੰਗਤ ਨਾਲ, ਉਹਦੀ ਸਟੱਡੀ ਨਾਲ, ਉਹਦੇ ਕਲਚਰ ਨਾਲ ਸੰਬੰਧ ਰੱਖਦੀ ਹੈ ਵੀ ਉਹ ਕਿੱਥੋਂ ਤੱਕ ਵਿਕਾਸ ਕਰਦਾ। ਔਰ ਇਸੇ ਲਈ ਕਹਿੰਦੇ ਵੀ ਗਿਆਨ ਅਥਾਹ ਸਮੁੰਦਰ ਹੈ। ਮੌਤ ਵੀ ਇੱਕ ਗਿਆਨ ਹੈ, ਜਦੋਂ ਆਏਗੀ ਉਦੋਂ ਮਨੁੱਖ ਨੂੰ ਗਿਆਨ ਹੋਏਗਾ, ਬਾਕੀ ਤਾਂ ਗੱਲਾਂ ਬਾਤਾਂ ਹੀ ਹੋਣਗੀਆਂ। ਅੰਤਲੇ ਸਮੇਂ ਤੱਕ ਮਨੁੱਖ ਗਿਆਨ ਪ੍ਰਾਪਤ ਕਰਦਾ। ਇਹ ਜਿਹੜਾ ਮਨ ਹੈ ਇਹ ਸਾਡੇ 5 ਗਿਆਨ ਇੰਦਰੀਆਂ ਤੋਂ ਜੋ ਕੁਝ ਪ੍ਰਾਪਤ ਕਰਦਾ। 5 ਗਿਆਨ ਇੰਦਰੀ ਸਾਡੀਆਂ, ਪਹਿਲਾ ਗਿਆਨ ਇੰਦਰਾ ਅੱਖਾਂ ਨੇ, ਦੂਜਾ ਗਿਆਨ ਇੰਦਰਾ ਸਾਡੇ ਕੰਨ ਨੇ, ਤੀਜਾ ਗਿਆਨ ਇੰਦਰੀ ਸਾਡੀ ਨਾਸਿਕਾ, ਅਸੀਂ ਸੁੰਘ ਕੇ ਗਿਆਨ ਪ੍ਰਾਪਤ ਕਰਦੇ ਹਾਂ। ਚੌਥਾ ਗਿਆਨ ਇੰਦਰਾ ਸਾਡੀ ਜ਼ੁਬਾਨ ਆ, 36 ਪ੍ਰਕਾਰ ਦੇ ਰਸ ਸਾਡੀ ਜ਼ੁਬਾਨ ਦੱਸਦੀ ਹੈ। ਤੇ ਪੰਜਵਾਂ ਗਿਆਨ ਇੰਦਰਾ ਸਾਡੀ ਚਮੜੀ ਆ, ਅਸੀਂ ਸਪਰਸ਼ ਕਰਦੇ ਹਾਂ, ਇਹ ਗਰਮ ਹੈ, ਇਹ ਸਰਦ ਹੈ, ਇਹ ਕਰੰਟ ਹੈ, ਨਹੀਂ। ਇਹ ਨਾ ਸਾਡੀਆਂ ਅੱਖਾਂ ਫੈਸਲਾ ਕਰਦੀਆਂ, ਨਾ ਕੰਨ ਫੈਸਲਾ ਕਰਦੇ ਨੇ। ਮੈਂ ਕਈ ਵਾਰੀ ਵਿਦਿਆਰਥੀਆਂ ਨੂੰ ਕਹਿਣਾ ਹੁੰਦਾ ਕਿ 5 ਗਿਆਨ ਇੰਦਰੇ ਸਾਡੇ ਸਿਰ ਦੇ ਉੱਪਰ ਹੀ ਨੇ, ਵੀ ਦਿਮਾਗ ਸਿਰ ਦੇ ਵਿੱਚ ਹੈ, ਇਹ 5 ਗਿਆਨ ਇੰਦਰੇ ਇੱਥੇ ਹੀ ਨੇ, ਇੱਥੇ ਹੀ ਕੰਨ ਨੇ, ਇੱਥੇ ਹੀ ਨੱਕ ਹੈ, ਇੱਥੇ ਹੀ ਅੱਖਾਂ ਨੇ, ਇੱਥੇ ਹੀ ਜ਼ੁਬਾਨ ਤੇ ਚਮੜੀ ਵੀ ਹੈ, ਤੇ ਬਾਕੀ ਧੜ ਸਾਰਾ ਇਹਨੂੰ ਚੱਕੀ ਫਿਰਦਾ ਹੈ। ਇਸੇ ਲਈ ਬੰਦਾ ਚਿਹਰੇ ਨੂੰ ਜ਼ਿਆਦਾ ਸ਼ਿੰਗਾਰਨ ਦੀ ਕੋਸ਼ਿਸ਼ ਕਰਦਾ, ਤੇ ਜਦੋਂ ਮਾੜੇ ਕੰਮ ਕਰਦਾ ਇਹਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕਰਦਾ ਕਿ ਸਾਰਾ ਕੁਝ ਇੱਥੋਂ ਹੀ ਪ੍ਰਗਟ ਹੋਇਆ ਸੀ, ਕਿਉਂਕਿ 5 ਗਿਆਨ ਇੰਦਰੇ ਕੁਦਰਤ ਨੇ ਇਹਦੀ ਉਚਾਈ ਤੇ ਲਿਆ ਕੇ ਸਥਾਪਿਤ ਕੀਤੇ ਨੇ ਸਤਿਕਾਰ ਦੇ ਵਾਸਤੇ। ਔਰ ਜਦੋਂ ਇਹ ਗਿਆਨ ਹੋਏਗਾ 5 ਗਿਆਨ ਇੰਦਰੀਆਂ ਤੋਂ ਜੋ ਮਨ ਨੇ ਗ੍ਰਹਿਣ ਕੀਤਾ, ਤੇ ਮਨ ਤੋਂ ਹੀ ਸਾਡਾ ਮਨੁੱਖ ਸ਼ਬਦ ਬਣਿਆ। ਮਨੁੱਖ, ਮਨੁੱਖਤਾ, ਮਨੁੱਖਤਾਈ, ਮਤਲਬ ਜਿਹੜੀ ਮਾਨਵਤਾ ਸ਼ਬਦ ਹੈ ਜਾਂ ਮਨੁੱਖ ਸ਼ਬਦ ਹੈ, ਇਹਦੀ ਜਿਹੜੀ ਡੈਫੀਨੇਸ਼ਨ ਆ, ਪਰਿਭਾਸ਼ਾ ਹੈ, ਜਿਹਦੇ ਪਾਸ ਮਨ ਹੈ ਉਹਨੂੰ ਮਨੁੱਖ ਕਿਹਾ। ਜਿਹੜਾ ਮਨ ਤੋਂ ਸੋਚ ਤੋਂ ਪਛੜ ਗਿਆ ਉਹਨੂੰ ਪਸ਼ੂ ਕਿਹਾ। ਪਸ਼ੂ ਦੀ ਪਰਿਭਾਸ਼ਾ ਵੀ ਹੋਰ ਕੋਈ ਨਹੀਂ। ਕਈ ਵਾਰੀ ਪੜ੍ਹਦਿਆਂ ਪਤਾ ਲੱਗਦਾ, ਖਰ ਖੋਤੇ ਨੂੰ ਕਹਿੰਦੇ ਆ, ਗੋਸ਼ ਫਾਰਸੀ ਵਿੱਚ ਕੰਨਾਂ ਨੂੰ ਕਹਿੰਦੇ ਆ। ਜਿਹਦੇ ਖੋਤੇ ਵਰਗੇ ਕੰਨ ਆ ਖਰਗੋਸ਼ ਹੈ, ਦੂਜਾ ਖਰ ਹੈ। ਪਰ ਇਹਨੂੰ ਅਸੀਂ ਕਹਿੰਦੇ ਆ ਅਗਲਾ ਅਧੈਨ, ਵੀ ਖਰਗੋਸ਼ ਤੇ ਬਚਪਨ ਤੋਂ ਹੀ ਪਤਾ ਹੈ ਵੀ ਫਲਾਣੇ ਘਰ ਖਰਗੋਸ਼ ਰੱਖਿਆ, ਪਰ ਖਰਗੋਸ਼ ਦਾ ਨਾਂ ਖਰਗੋਸ਼ ਕਿਉਂ ਰੱਖਿਆ? ਇਹ ਜਦੋਂ ਹੌਲੀ ਹੌਲੀ ਬੰਦਾ ਪੜ੍ਹਦਾ ਕਿ ਖਰ ਖੋਤਾ ਹੈ, ਗੋਸ਼ ਕੰਨ ਨੇ, ਜਿਹਦੇ ਖੋਤੇ ਵਰਗੇ ਕੰਨ। ਤੁਸੀਂ ਕਦੀ ਦੇਖਿਓ ਖੋਤੇ ਨੂੰ ਤੇ ਖਰਗੋਸ਼ ਨੂੰ ਸਾਹਮਣੇ ਖੜਿਆਂ ਨੂੰ, ਉਹਦੇ ਖੋਤੇ ਵਰਗੇ ਕੰਨ ਨੇ, ਉਹ ਖੋਤਾ ਹੈ, ਉਹ ਖਰ ਤੇ ਖਰਗੋਸ਼। ਮਤਲਬ ਸਾਡੇ ਸ਼ਬਦ, ਜਦੋਂ ਅਸੀਂ ਸ਼ਬਦਾਂ ਦੇ ਅਰਥਾਂ ਵਿੱਚ ਜਾਂਦੇ ਹਾਂ ਤੇ ਬਹੁਤ ਸਾਡੇ ਸ਼ੰਕਿਆਂ ਦੀ ਨਿਵਰਤੀ ਵੀ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਗਿਆਨ ਰਤਨ ਪ੍ਰਗਟ ਹੋਏ, ਗਿਆਨ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ, ਜਿਹੜੀ ਸਾਡੀ ਭਾਰਤੀ ਧਰਮ ਜਗਤ ਦੇ ਵਿੱਚ 16 ਕਲਾ ਸੰਪੂਰਨ ਮਨੁੱਖ ਦੀ ਸ਼ਖਸੀਅਤ ਦੀ ਗੁਣ ਮਿਥੇ ਗਏ ਨੇ। ਉਹਦੇ ਵਿੱਚ ਸਭ ਤੋਂ ਪਹਿਲੀ ਕਲਾ ਗਿਆਨ ਕਲਾ ਹੈ। ਕਲਾ ਦਾ ਇੱਥੇ ਅਰਥ ਸ਼ਕਤੀ ਹੈ, ਆਰਟ ਨਹੀਂ ਹੈ। ਕਲਾ ਨੂੰ ਅਸੀਂ ਆਰਟ ਦੇ ਪ੍ਰਥਾਏ ਵੀ ਕਲਾ ਵਰਤਦੇ ਹਾਂ ਕਿ ਬੰਦਾ ਕਲਾਕਾਰ ਹੈ, ਪਰ ਕਲਾ ਦਾ ਅਰਥ ਉੱਥੇ ਸ਼ਕਤੀ ਮੰਨਿਆ ਗਿਆ। ਜਿਹੜੀਆਂ 16 ਸ਼ਕਤੀਆਂ ਨੇ ਜਾਂ 16 ਕਲਾਵਾਂ ਨੇ, ਇਹ ਸਾਡੀਆਂ ਸੰਪੂਰਨ ਸ਼ਖਸੀਅਤ ਲਈ ਪ੍ਰਵਾਨਿਤ ਕੀਤੀਆਂ ਗਈਆਂ। ਜਿਵੇਂ 16 ਆਨੇ ਦਾ ਰੁਪਈਆ, 16 ਆਨੇ ਖਰੀ ਗੱਲ। ਆਪਾਂ ਕੋਈ ਨਹੀਂ ਕਹਿੰਦੇ 15 ਆਨੇ ਖਰੀ ਗੱਲ ਜਾਂ 15.5 ਆਨੇ ਖਰੀ ਗੱਲ, ਕਿਉਂਕਿ ਆਪਾਂ ਸੰਪੂਰਨਤਾ ਵੱਲ ਜਾਂਦੇ ਹਾਂ ਕਿ 16 ਆਨੇ ਖਰੀ ਗੱਲ ਹੈ। ਉਹਦੇ ਵਿੱਚ ਗਿਆਨ ਇੱਕ ਸ਼ਕਤੀ ਹੈ। ਮਨੁੱਖ ਪਾਸ ਜਿੰਨਾ ਗਿਆਨ ਹੁੰਦਾ ਉਹਨਾਂ ਉਹਦਾ ਅਗਿਆਨ ਦੂਰ ਤੁਰਿਆ ਜਾਂਦਾ ਹੈ। ਸਾਡੀਆਂ ਗੋਸ਼ਟੀਆਂ, ਸਾਡੀ ਸਤ ਸੰਗਤ, ਸਾਡੇ ਸਰੋਵਰ, ਸਾਡੀ ਪੰਗਤ, ਇਹ ਸਾਡੇ ਗਿਆਨ ਦਾ ਕੇਂਦਰ ਵੀ ਨੇ। ਔਰ ਜਿੰਨਾ ਜਿੰਨਾ ਗਿਆਨ ਮਨੁੱਖ ਨੂੰ ਆਉਂਦਾ ਗਿਆ, ਓਨੀ ਉਹਦੀ ਅਗਿਆਨਤਾ ਦੂਰ ਹੁੰਦੀ ਗਈ। ਇਸ ਲਈ ਸਤਿਗੁਰੂ ਕਹਿੰਦੇ ਨੇ, ਜਿਉਂ ਅੰਧੇਰਾ ਦੀਪਕ ਬਾਲੀਏ ਤਿਉਂ ਗੁਰ ਗਿਆਨ ਅਗਿਆਨਤ ਜਾਏ। ਜਿਵੇਂ ਹਨੇਰੇ ਵਿੱਚ ਦੀਵਾ ਬਾਲ ਕੇ ਰੋਸ਼ਨੀ ਕਰ ਲਈਦੀ ਹੈ, ਇਵੇਂ ਹੀ ਜਿਹੜਾ ਗਿਆਨ ਆ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੰਦਾ। ਜਾਂ ਬਲਿਆ ਗੁਰ ਗਿਆਨ
ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਵੀ ਜਦੋਂ ਗੁਰੂ ਗਿਆਨ ਲਟ ਲਟ ਕਰਕੇ ਬਲਦਾ ਨਾ, ਉਦੋਂ ਅੰਧੇਰਾ ਦੂਰ ਹੁੰਦਾ ਤੇ ਰਤਨ ਪਦਾਰਥ ਉਦੋਂ ਹੀ ਲੱਭੇਗਾ ਜਦੋਂ ਚਾਨਣ ਹੋਏਗਾ। ਗਿਆਨ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ। ਗਿਆਨ ਜਿਸ ਪਾਸ ਆ ਗਿਆ ਉਹਨੂੰ ਅਹਿਸਾਸ ਹੋਇਆ ਕਿ ਹਰਮੰਦਰ ਇਹ ਸਰੀਰ ਹੈ, ਇਹ ਸਰੀਰ ਹੀ ਹਰੀ ਦੇ ਰਹਿਣ ਦਾ ਘਰ ਹੈ, ਕਿਉਂਕਿ ਹਰੀ ਇੱਕ ਹੈ। ਉਹ ਕਿਸੇ ਮੰਦਰ ਮਸਜਿਦ ਜਾਂ ਸਪੈਸ਼ਲ ਗੁਰਦੁਆਰੇ ਵਿੱਚ ਨਹੀਂ ਬੈਠਾ ਹੋਇਆ, ਗੁਰਦੁਆਰਾ ਉਹਦੇ ਗਿਆਨ ਦਾ ਕੇਂਦਰ ਹੈ। ਜਦੋਂ ਗੁਰੂ ਦੇ ਪਾਸ ਜਾਏਗਾ ਨਾ, ਗੁਰੂ ਅੱਗੋਂ ਸਮਝਾਏਗਾ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਾਂ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਗੁਰੂ ਨੇ ਸਿੱਖਿਆ ਦੇਣੀ ਆ। ਗੁਰੂ ਦੀ ਸਿੱਖਿਆ ਤੋਂ ਮਨੁੱਖ ਫਿਰ ਪਰਿਵਰਤਿਤ ਹੋ ਕੇ ਆਪਣੇ ਆਪ ਦਾ ਵਿਕਾਸ ਕਰਦਾ। ਮੈਂ 16 ਕਲਾਵਾਂ ਬਾਰੇ ਵੀ ਜ਼ਰੂਰ 2 ਮਿੰਟ 'ਚ ਕਰ ਲੈਣਾ। ਦੂਜੀ ਕਲਾ ਹੈ ਧਿਆਨ ਕਲਾ। ਧਿਆਨ ਵੀ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ। ਜਿੰਨਾ ਕਿਸੇ ਮਨੁੱਖ ਦਾ ਧਿਆਨ ਡੂੰਘਾ ਹੁੰਦਾ, ਉਨਾ ਹੀ ਗਿਆਨ ਡੂੰਘਾ ਹੁੰਦਾ। ਹੁਣ ਸਾਨੂੰ ਇਹ ਸਬਜੈਕਟ ਦਿੱਤਾ, ਜਦੋਂ ਇਸ ਤੋਂ ਪਹਿਲਾਂ ਮੈਂ ਇਸ ਸਬਜੈਕਟ ਤੇ ਬੋਲਿਆ ਨਹੀਂ ਸੀ ਵੀ ਹਰਮੰਦਰ ਇਹ ਸਰੀਰ ਹੈ। ਇਹ ਮੇਰਾ ਧਿਆਨ ਗਿਆ। ਇਹ ਇਹਨਾਂ ਨੂੰ ਮੁਬਾਰਕ ਹੈ, ਸਰਦਾਰ ਹਰਿੰਦਰਪਾਲ ਸਿੰਘ ਹੋਣਾ ਨੂੰ, ਕਿ ਇਹਨਾਂ ਨੇ ਸਬਜੈਕਟ ਚੁਣਿਆ। ਔਰ ਇਮਾਨਦਾਰੀ ਨਾਲ ਮੈਂ ਕਹਿੰਦਾ ਕਿ ਮੈਂ ਇਸ ਵਿਸ਼ੇ ਤੇ ਪਹਿਲੀ ਵਾਰ ਬੋਲ ਰਿਹਾ, ਕਿਉਂਕਿ ਜਦੋਂ ਤੁਹਾਡੇ ਧਿਆਨ ਵਿੱਚ ਕੋਈ ਗੱਲ ਆਏਗੀ, ਤੁਹਾਡਾ ਗਿਆਨ ਫਿਰ ਪਰਿਵਰਤਿਤ ਹੋਏਗਾ। ਜਦੋਂ ਕੋਈ ਆਦਮੀ ਦਾਖਲਾ ਭਰ ਲੈਂਦਾ ਨਾ, ਐਮਏ ਕਰਨੀ ਆ, ਫਿਰ ਪਤਾ ਲੱਗਦਾ ਕਿ ਐਮਏ ਵਿੱਚ ਆਹ ਸਿਲੇਬਸ ਆ, ਇੱਥੋਂ ਪੁਸਤਕਾਂ ਮਿਲਣੀਆਂ ਨੇ, ਇਸ ਬੰਦੇ ਤੱਕ ਪਹੁੰਚ ਵਿਧੀ ਕਰਨੀ। ਉਹ ਧਿਆਨ ਗਿਆਨ ਦਾ ਕੇਂਦਰ ਬਣ ਜਾਂਦਾ। ਇਸੇ ਲਈ ਕਹਿੰਦੇ ਜਿੰਨਾ ਧਿਆਨ ਡੂੰਘਾ ਹੋਏਗਾ, ਉਨਾ ਹੀ ਗਿਆਨ ਡੂੰਘਾ ਹੋਏਗਾ। ਤੇ ਹਰ ਮਨੁੱਖ ਦਾ ਖਾਸ ਕਰਕੇ ਧਿਆਨ ਇੱਕ ਸ਼ਕਤੀ ਹੈ, ਧਿਆਨ ਇੱਕ ਕਲਾ ਹੈ। ਕਿ ਕਈ ਵਾਰੀ ਸਤਾਈ ਪੱਧਰ ਤੇ ਮਤਲਬ ਕਈ ਵਾਰੀ ਬੱਚਾ ਜੇ ਦੂਜੀ ਤੀਜੀ ਜਮਾਤ ਕਰਕੇ ਹਟ ਜਾਏ ਤੇ ਉਹਦਾ ਜਿਹੜਾ ਗਿਆਨ ਧਿਆਨ ਵੀ ਛੋਟੇ ਲੈਵਲ ਤੇ ਰਹਿ ਜਾਂਦਾ। ਕਈ ਵਾਰੀ ਮੁਹੱਲੇ 'ਚ ਡਾਕਟਰ ਬੈਠਾ ਹੋਵੇ ਨਾ, ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਦਿੰਦਾ। 100 ਤਾਲਿਆਂ ਦੀ ਇੱਕੋ ਚਾਬੀ, ਭਾਵੇਂ ਕੋਈ ਚਮੜੀ ਵਾਲਾ ਆ ਜਾਏ, ਅੱਖਾਂ ਵਾਲਾ ਆ ਜਾਏ, ਹਾਰਟ ਵਾਲਾ ਆ ਜਾਏ, ਸਾਰਿਆਂ ਨੂੰ 2-2 ਗੋਲੀਆਂ ਵੰਡੀ ਜਾਂਦਾ। ਪਰ ਹਾਂ, ਇੱਕੋ ਹੀ ਗੋਲੀ। ਜਦੋਂ ਬੰਦਾ ਸਪੈਸ਼ਲਿਸਟ ਹੁੰਦਾ, ਉਦੋਂ ਉਹਦੀ ਸੀਮਾ ਬਹੁਤ ਛੋਟੀ ਹੁੰਦੀ ਹੈ। ਜਾਂ ਅੱਖਾਂ ਦਾ ਡਾਕਟਰ ਹੋਏਗਾ, ਜਾਂ ਚਮੜੀ ਦਾ ਹੋਏਗਾ, ਜਾਂ ਹਾਰਟ ਦਾ ਹੋਏਗਾ, ਪਰ ਉਹਦਾ ਧਿਆਨ ਇੰਨਾ ਡੂੰਘਾ ਹੋਏਗਾ ਕਿ ਹਰ ਬਿਮਾਰੀ ਦੀ ਜੜ ਪਕੜ ਲਏਗਾ ਕਿ ਇਸ ਬੰਦੇ 'ਚ ਨੁਕਸ ਪਿਆ ਤੇ ਕਿਉਂ ਪਿਆ। ਤੇ ਜਿਹੜੇ ਨੀਮ ਹਕੀਮ ਹੁੰਦੇ ਆ, ਇਹ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਨੇ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਬੰਦੇ ਨੂੰ ਨੀਂਦ ਹੀ ਲਿਆਉਣੀ ਹੈ, 2 ਗੋਲੀਆਂ ਦੇ ਛੱਡੋ, ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਲੈਂਦੇ ਨੇ। ਪਰ ਜਿਹਦਾ ਧਿਆਨ ਡੂੰਘਾ ਹੋਏਗਾ, ਉਹਦੀ ਸੀਮਾ ਛੋਟੀ ਹੋਏਗੀ, ਪਰ ਡੂੰਘਾਈ ਬਹੁਤ ਜ਼ਿਆਦਾ ਹੋਏਗੀ। ਇਸ ਲਈ ਧਿਆਨ ਵੀ ਇੱਕ ਸ਼ਕਤੀ ਹੈ। ਹੱਠ ਵੀ ਇੱਕ ਕਲਾ ਹੈ। ਹੱਠ ਇੱਕ ਹੁੰਦਾ ਉੱਤਮ ਹੱਠ, ਇੱਕ ਹੁੰਦਾ ਨਿੰਦਤ ਹੱਠ। ਨਿੰਦਤ ਹੱਠ ਦੇ ਵਿੱਚ ਬੰਦਾ ਹੁੰਦਾ ਵੀ ਉਹਨੂੰ ਰੱਟਾ ਲਾਇਆ ਵੀ 2 ਤੇ 2 5 ਹੁੰਦੇ ਆ, ਭਾਵੇਂ ਸਾਰਾ ਪਰਿਵਾਰ ਕਹੀ ਜਾਵੇ ਵੀ 2 ਤੇ 2 4 ਹੁੰਦੇ, ਉਹ ਮੰਨਦਾ ਨਹੀਂ। ਕਹਿੰਦਾ ਮੈਨੂੰ ਮੇਰੇ ਟੀਚਰ ਨੇ ਦੱਸਿਆ, ਮੈਨੂੰ ਮੇਰੇ ਫਲਾਣੇ ਵੱਡੇ ਨੇ ਦੱਸਿਆ। ਇਹਨੂੰ ਅਸੀਂ ਨਿੰਦਤ ਕਹਿੰਦੇ ਹਾਂ। ਉੱਤਮ ਹੱਠ ਹੁੰਦਾ ਵੀ ਜਦੋਂ ਬੰਦਾ ਕਿਸੇ ਦਲੀਲ ਨੂੰ, ਕਿਸੇ ਵਿਚਾਰ ਨੂੰ ਸਮਝਦਾ ਵੀ ਹੈ। ਤੇ ਹੱਠ ਤੋਂ ਬਿਨਾਂ ਸੰਸਾਰ ਵਿੱਚ ਨਾ ਵਿਦਿਆ ਹੋ ਸਕਦੀ ਹੈ, ਨਾ ਸਫ਼ਰ ਹੋ ਸਕਦਾ, ਨਾ ਵਪਾਰ ਹੋ ਸਕਦਾ, ਨਾ ਖੋਜ ਹੋ ਸਕਦੀ ਹੈ। ਹਮੇਸ਼ਾ ਹੱਠੀਆਂ ਨੇ। ਆਪਾਂ ਕਹਿੰਦੇ ਹੱਠੀਆਂ ਜਪੀਆਂ ਤਪੀਆਂ, ਐਵੇਂ ਨਹੀਂ ਕਹਿੰਦੇ। ਜਿਨ੍ਹਾਂ ਦਾ ਹੱਠ, ਜਿਹਨੂੰ ਅਸੀਂ ਸਿਦਕ ਕਹਿੰਦੇ ਹਾਂ, ਸਿੱਖ ਸਾਹਿਤ ਵਿੱਚ ਜਿਹਨੂੰ ਅਸੀਂ ਸਿਦਕ ਕਹਿੰਦੇ ਹਾਂ, ਸੀਸ ਦਿਆ ਪਰ ਸਿਰਰ ਨਾ ਦਿਆ, ਸਿਰੜ ਨਹੀਂ ਛੱਡਿਆ, ਸਿਰ ਦੇ ਦਿੱਤਾ। ਇਹ ਹੱਠ ਕਲਾ ਹੈ। ਜਤ ਵੀ ਇੱਕ ਕਲਾ ਹੈ। ਆਪਣੀਆਂ ਕਰਮ ਇੰਦਰੀਆਂ ਦੇ ਉੱਤੇ ਕੰਟਰੋਲ ਕਰਨਾ, ਇਹ ਇੱਕ ਜਤ ਕਲਾ ਹੈ। ਸਤ ਵੀ ਇੱਕ ਕਲਾ ਹੈ। ਸਤ ਮੀਨਸ ਸੱਚ। ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਬਚਨ ਕਰਦੇ ਨੇ ਨਾ, ਸੱਤੀ ਪਹਿਰੀ ਸਤ ਭਲਾ ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੇ ਘੱਟੇ ਰਾਸ। 7 ਪਹਿਰਾਂ 8 ਪਹਿਰ ਨੇ ਦਿਨ ਰਾਤ ਦੇ, 1 ਪਹਿਰ 3 ਘੰਟੇ ਦਾ ਹੁੰਦਾ, 8 ਪਹਿਰਾਂ ਦੇ 24 ਘੰਟੇ ਬਣ ਗਏ। ਸਤਿਗੁਰੂ ਕਹਿੰਦੇ ਅੰਮ੍ਰਿਤ ਵੇਲੇ ਦਾ ਪਹਿਰ ਤੇ ਤੁਸੀਂ ਪ੍ਰਮਾਤਮਾ ਦੇ ਲੇਖੇ ਲਾਇਆ, ਬਾਕੀ 7 ਪਹਿਰ ਬਚ ਗਏ। ਇਹ ਸਫਲ ਕਿਵੇਂ ਕਰਨੇ ਨੇ? ਕਹਿੰਦੇ ਸੱਤੀ ਪਹਿਰੀ ਸਤ ਭਲਾ, ਉਹੋ ਹੀ ਸੱਚ ਭਲਾ, ਬਹੀਐ ਪੜ੍ਹਿਆ ਪਾਸ, ਵਿਦਵਾਨਾਂ ਪਾਸ, ਗਿਆਨਵਾਨਾਂ ਪਾਸ, ਜਿਹੜੀ ਕਿਸੇ ਸ਼ਬਦ ਦੀ ਮੁਹਾਰਤ ਰੱਖਦੇ ਹੋਣੇ। ਉੱਥੇ ਪਾਪ ਪੁੰਨ ਵਿਚਾਰੀਏ, ਉੱਥੇ ਭਲੇ ਤੇ ਬੁਰੇ ਦੀ ਵਿਚਾਰ ਹੋਏਗੀ। ਕੂੜਾ ਘੱਟੇ ਰਾਸ, ਜਿਹੜੀ ਝੂਠ ਦੀ ਰਾਸ ਬੰਦਾ ਬੰਨੀ ਫਿਰਦਾ ਨਾ। ਕਈ ਵਾਰੀ ਪੰਜਾਬੀ ਬੰਦੇ ਛੇਤੀ ਹੋਮੇ 'ਚ ਆ ਜਾਂਦੇ ਨੇ ਵੀ ਜਦੋਂ ਸਾਡਾ ਬੱਚਾ 10 ਜਮਾਤਾਂ ਪਾਸ ਕਰ ਜੇ ਨਾ, ਉਹ ਗਿੱਠ ਧੌਣ ਉੱਚੀ ਕਰ ਲੈਂਦਾ ਵੀ ਹੁਣ ਨਹੀਂ ਆਪਾਂ ਕਿਸੇ ਦੇ ਮਥਾਜ ਰਹਿ ਗਏ। ਹੁਣ ਆਪਾਂ 12 ਪੜ੍ਹ ਲੀਆਂ, ਹੁਣ 14 ਪੜ੍ਹ ਲੀਆਂ, ਹੁਣ ਆਪਾਂ MA ਕਰ ਗਏ, ਹੁਣ 2 MA ਕਰ ਗਏ, ਹੁਣ PhD ਕਰ ਗਏ, ਹੁਣ ਭਾਵੇਂ ਗੁਰੂ ਸਾਹਿਬ ਦੇ ਖਿਲਾਫ ਬੋਲਣ ਲੱਗ ਪਓ, ਲਿਖਣ ਲੱਗ ਪਓ, ਬਾਣੀਆਂ ਖੰਡਨ ਕਰਨ ਲੱਗ ਪਓ, ਸਾਰਿਆਂ ਦੀਆਂ ਪੱਗਾਂ ਲਾਉਣ ਲੱਗ ਪਓ, ਕਿਉਂਕਿ ਆਪਾਂ ਨੂੰ ਯੂਨੀਵਰਸਿਟੀ ਨੇ ਡਿਗਰੀ ਦਿੱਤੀ ਆ। ਇਹ ਸਾਡੀ ਇੱਕ ਕੌਮੀ ਕਮਜ਼ੋਰੀ ਬਣ ਜਾਂਦੀ ਹੈ। ਸਤਿਗੁਰੂ ਕਹਿੰਦੇ ਵੀ ਜਦੋਂ ਬੰਦਾ ਪੜ੍ਹਿਆ ਪਾਸ, ਮਤਲਬ ਜਿਨ੍ਹਾਂ ਨੇ ਜ਼ਿੰਦਗੀ, ਜਿਨ੍ਹਾਂ ਕੋਲੇ ਤਜਰਬਾ ਹੈ, ਜਿਨ੍ਹਾਂ ਕੋਲੇ ਅਭਿਆਸ ਹੈ, ਜੇ ਉਹਨਾਂ ਪਾਸ ਬੈਠੀਏ ਨਾ,
ਬੰਦੇ ਨੂੰ ਆਪਦੀ ਕਮੀ ਪੇਸ਼ੀ ਦਾ ਅਹਿਸਾਸ ਹੁੰਦਾ ਹੈ। ਉਹਦੇ ਵਿੱਚ ਧਰਮ ਵੀ ਇੱਕ ਕਲਾ ਹੈ, ਧਰਮ ਵੀ ਇੱਕ ਸ਼ਕਤੀ ਹੈ। ਚਾਹੇ ਕੋਈ ਵੀ ਧਰਮ ਹੈ, ਹਿੰਦੂ ਧਰਮ ਹੈ, ਜੈਨ ਧਰਮ ਹੈ, ਬੁੱਧ ਧਰਮ ਹੈ, ਉਹਨੇ ਲੋਕਾਂ ਨੂੰ ਇੱਕ ਮਰਿਆਦਾ ਦਿੱਤੀ ਹੈ, ਇੱਕ ਸੱਭਿਆਚਾਰ ਦਿੱਤਾ ਹੈ, ਇੱਕ ਜੀਵਨ ਜਾਚ ਦਿੱਤੀ ਹੈ, ਇੱਕ ਇਕੱਠੇ ਬਹਿਣ ਦੀ ਜਾਚ ਦੱਸੀ ਹੈ। ਚਾਹੇ ਉਹ ਕਿਸੇ ਵੀ ਰੂਪ ਵਿੱਚ ਬੈਠਦੇ ਨੇ, ਉਹਨਾਂ ਨੂੰ ਧਰਮ ਨੇ ਇੱਕ ਸ਼ਕਤੀ ਦਿੱਤੀ ਹੈ। ਇਹ ਠੀਕ ਹੈ, ਕੋਈ ਦੁਰਵਰਤੋਂ ਕਰ ਜੇ ਤੇ ਇਹ ਮਨੁੱਖ ਦੀ ਵਿਅਕਤੀਗਤ ਸੋਚ ਹੁੰਦੀ ਹੈ। ਮੈਂ ਕਹਿੰਦਾ ਉਹਨਾਂ ਜਿਹੜਾ ਗੁੜ ਹੈ ਇਹਦਾ ਪ੍ਰਸ਼ਾਦ ਵੀ ਬਣ ਜਾਂਦਾ, ਗੁੜ ਦੀ ਚਾਹ ਵੀ ਬੜੀ ਸਵਾਦ ਬਣਦੀ ਹੈ, ਪਰ ਪੰਜਾਬ ਵਿੱਚ ਜ਼ਿਆਦਾ ਸ਼ਰਾਬ ਬਣਦੀ ਸੀ ਗੁੜ ਤੋਂ। ਇਹ ਤਾਂ ਹੁਣ ਬਣਾਉਣ ਵਾਲੇ ਤੇ ਨਿਰਭਰ ਹੈ ਵੀ ਗੁੜ ਦਾ ਕੜਾਹ ਬਣਾਉਂਦਾ ਕਿ ਗੁੜ ਦੀ ਸ਼ਰਾਬ ਬਣਾਉਂਦਾ। ਤੇ ਜਿਹਨੇ ਗੁੜ ਦਾ ਪ੍ਰਸ਼ਾਦ ਬਣਾ ਲਿਆ ਉਹ ਤਾਕਤਵਰ ਚੀਜ਼ ਹੋਏਗੀ, ਤੇ ਜਿਹਨੇ ਗੁੜ ਦੀ ਸ਼ਰਾਬ ਬਣਾ ਲਈ ਉਹਨੇ ਪਹਿਲਾਂ ਤੇ ਅਧੀਆ ਪਊਆ ਪੀਣਾ, ਫਿਰ ਉਹਨੇ ਡਿੱਗਣਾ, ਫਿਰ ਉਹਨੇ ਕਿਤੇ ਨਾ ਕਿਸੇ ਦੇ ਗਲ ਪੈਣਾ, ਜਾਂ ਕਿਸੇ ਤੋਂ ਡਾਂਗ ਖਾਊਗਾ, ਜਾਂ ਕਿਸੇ ਦੇ ਮਾਰਿਆ ਆਊਗਾ, ਜਾਂ ਤਰੀਕਾਂ ਭੁਗਤਦਾ ਰਹੂਗਾ। ਉਸੇ ਗੁੜ ਨੇ ਦੋ ਰਿਐਕਸ਼ਨ ਕੀਤੇ ਨੇ, ਇੱਕ ਨੂੰ ਸ਼ਕਤੀ ਦਿੱਤੀ ਹੈ ਤੇ ਇੱਕ ਨੂੰ ਦੁਰ ਕਰਾਈ ਹੈ, ਨਲਾਇਕੀ ਦਿੱਤੀ ਹੈ। ਮਤਲਬ ਇਹ ਮਨੁੱਖ ਦੀ ਵਰਤੋਂ ਤੇ ਨਿਰਭਰ ਹੈ। ਇਸ ਲਈ ਧਰਮ ਨਹੀਂ ਬੁਰਾ ਹੁੰਦਾ, ਧਰਮ ਦੀ ਦੁਰਵਰਤੋਂ ਕਰਨ ਵਾਲਾ ਬੁਰਾ ਹੁੰਦਾ। ਤੇ ਅਧਿਆਤਮ ਵੀ ਇੱਕ ਕਲਾ। ਅਧਿਆਤਮ ਹੁੰਦਾ ਵੀ ਆਪਣੀ ਆਤਮਾ ਦਾ ਅਧਿਐਨ ਕਰਨਾ ਔਰ ਆਪਣੀ ਆਤਮਾ ਬਾਰੇ ਜਾਨਣਾ। ਜਿਹੜਾ ਹੈ ਨਾ ਹਰਮੰਦਰ ਹੈ ਉਹ ਸਰੀਰ ਹੈ, ਇਹ ਆਪਣੀ ਆਤਮਾ ਨਾਲ ਸੰਬੰਧਿਤ ਹੈ। ਕਦੀ ਬੰਦਾ ਬਾਹਰ ਮੁਖੀ ਬਹੁਤ ਦੇਖਦਾ ਪਰ ਆਪਣੇ ਆਪ ਵੱਲ ਹੀ ਨਹੀਂ ਦੇਖਦਾ। ਅਧਿਆਤਮਕਤਾ ਉਹਨੂੰ ਸਵੈ ਵੱਲ ਪਰਿਵਰਤਿਤ ਕਰਦੀ ਹੈ ਕਿ ਆਪਣੇ ਆਪ ਬਾਰੇ, ਜਿਵੇਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਤਿਗੁਰੂ ਜਦੋਂ ਮਨੁੱਖ ਨੂੰ ਸੰਬੋਧਨ ਹੁੰਦੇ ਨੇ ਕਿ ਤੂੰ ਉਸ ਪ੍ਰਭੂ ਦੀ ਜੋਤ ਦਾ ਸਰੂਪ ਹੈ, ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਤੇਰੇ ਵਿੱਚ ਵੀ ਉਹ ਸ਼ਕਤੀਆਂ ਨੇ ਕਰਤੇ ਵਾਲੀਆਂ, ਕਿਰਤ ਵਾਲੀਆਂ, ਕੀਰਤੀ ਵਾਲੀਆਂ, ਸਰਬੱਤ ਦੇ ਭਲੇ ਵਾਲੀਆਂ। ਇਹਦੇ ਵਿੱਚ ਬ੍ਰਹਮ ਕਲਾ ਵੀ ਇੱਕ ਸ਼ਕਤੀ ਹੈ, ਜਿਹੜੀ ਗੁਰੂ ਸਾਹਿਬਾਂ ਨੇ ਬ੍ਰਹਮ ਗਿਆਨੀ ਦੀ ਅਵਸਥਾ ਦਾ ਵਰਣਨ ਕੀਤਾ ਨਾ। ਕਈ ਵਾਰੀ ਅਸੀਂ ਬੜੀ ਸਤਹੀ ਜੀ ਪੱਧਰ 'ਤੇ ਕਿਸੇ ਬ੍ਰਹਮ ਗਿਆਨ ਸ਼ਬਦ ਬਾਰੇ ਜਾਂ ਸੰਤ ਬਾਰੇ ਬੜਾ ਖੁਸ਼ਕ ਭਾਸ਼ਾ ਵਰਤ ਜਾਂਦੇ। ਦਰਅਸਲ ਇਹੋ ਜਿਹੀਆਂ ਅਵਸਥਾਵਾਂ ਹੁੰਦੀਆਂ ਨੇ, ਹੁੰਦੀਆਂ ਕੋਟਨਮੈ ਕੋਊ ਆ। ਬੰਦਗੀ ਵਾਲੀਆਂ ਰੂਹਾਂ ਵੀ ਦੁਨੀਆ 'ਤੇ ਰਹੀਆਂ ਨੇ, ਐਵੇਂ ਨਹੀਂ ਸਤਿਕਾਰ ਉਹਨਾਂ ਦਾ। ਤੇ ਉਹਨਾਂ ਦੀ ਅਧਿਆਤਮਕ ਦ੍ਰਿਸ਼ਟੀ ਵੀ ਹੁੰਦੀ ਆ ਔਰ ਉਹਨਾਂ ਕੋਲੇ ਉਹ ਕਲਾ, ਉਹ ਸ਼ਕਤੀ ਵੀ ਹੁੰਦੀ ਆ। ਪਰ ਇਹ ਠੀਕ ਆ, ਬਹੁਤੇ ਭੇਖਧਾਰੀ ਜਦੋਂ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਫਿਰ ਕਈ ਵਾਰੀ ਉਹ ਸ਼ਬਦ ਨੂੰ ਇੱਕ ਰੂਪ ਸਮਾਜ ਹੋਰ ਦੇ ਦਿੰਦਾ। ਇਹਦੇ ਵਿੱਚ ਸਤਿਗੁਰਾਂ ਨੇ ਪ੍ਰੇਮ ਵੀ ਇੱਕ ਕਲਾ ਵਰਤੀ ਹੈ ਵੀ ਜਿਹੜਾ ਪ੍ਰੇਮ ਹੈ, ਅੱਗੇ ਇੱਕ ਵੀਰ ਜੀ ਕਹਿ ਰਹੇ ਸੀ ਵੀ ਜਿਹੜੀ ਬੋਲੀ ਹੈ ਬੰਦੇ ਦੀ, ਇਹ ਵੀ ਜਿਹੜੀ ਮਿੱਠੀ ਬੋਲੀ ਹੈ ਇਹ ਦੁਨੀਆ ਦੇ ਉੱਤੇ ਰਾਜ ਕਰਦੀ ਹੈ। ਕਿਸੇ ਸ਼ਾਇਰ ਨੇ ਲਿਖਿਆ, ਕਾਗਾ ਕਾਕੋ ਲੇਤ ਹੈ ਕੋਇਲ ਕਾਕੋ ਦੇਤ, ਮਿੱਠੀ ਬੋਲੀ ਬੋਲ ਕੇ ਸਭ ਕੋ ਮਨ ਹਿਰ ਲੇਤ। ਕਹਿੰਦਾ ਕਾਂ ਕਿਸੇ ਕੋਲੋਂ ਕੀ ਮੰਗਦਾ, ਪਰ ਕਾਂ ਦੀ ਆਵਾਜ਼ ਇੰਨੀ ਭੈੜੀ ਆ ਵੀ ਜਿਹਦੇ ਬਨੇਰੇ ਤੇ ਬਹਿੰਦਾ ਰੋੜਾ ਮਾਰ ਕੇ ਡਾਂਦਾ ਵੀ ਕੀ ਕਾਂ ਕਾਂ ਲਾਈ ਹੈ। ਪਰ ਕੋਇਲ ਬੋਲਦੀ ਹੋਵੇ, ਬੱਚੇ ਵੀ ਰੀਸ ਕਰਦੇ ਨੇ ਕੂ ਕੂ ਕਰਕੇ ਵੀ ਇਹ ਫੇਰ ਬੋਲੇ, ਇਹਦਾ ਮਤਲਬ ਉਹਨਾਂ ਦੇ ਕੰਨਾਂ ਨੂੰ ਸੋਹਣੀ ਲੱਗਦੀ ਹੈ। ਇਹ ਜਿਹੜੀ ਭਾਸ਼ਾ ਹੈ, ਰੰਗ ਵੀ ਇੱਕੋ ਜਿਹਾ ਕੋਇਲ ਦਾ ਤੇ ਕਾਂ ਦਾ, ਜ਼ੋਰ ਵੀ ਇੱਕੋ ਜਿਹਾ ਹੀ ਲਾਉਂਦੇ ਨੇ ਕਰਲਾਉਣ ਲੱਗੇ, ਪਰ ਕਾਂ ਕੰਨਾਂ ਨੂੰ ਭੈੜਾ ਲੱਗਦਾ, ਕੋਇਲ ਕੰਨਾਂ ਨੂੰ ਚੰਗੀ ਲੱਗਦੀ ਹੈ। ਉਹਦੀ ਜਿਹੜੀ ਬੋਲੀ ਹੈ ਉਹ ਇੱਕ ਉਹ ਸਹਿਜ ਭਾਵੀ, ਉਹਦੇ ਮਿੱਠੇ ਬੋਲ ਹੀ ਉਹਨੂੰ ਚੰਗੇ ਲੱਗਦੇ ਆ। ਕੋਈ ਹੋਰ ਕਲਾ, ਸੰਜਮ ਵੀ ਇੱਕ ਕਲਾ ਹੈ ਕਿ ਜੀਵਨ ਦੇ ਵਿੱਚ ਜਿਹੜਾ ਸੰਤੋਖ ਹੈ, ਸਹਿਜ ਹੈ, ਉਹ ਸੰਜਮ ਨਾਲ ਆਉਂਦਾ। ਔਰ ਇਸੇ ਤਰ੍ਹਾਂ ਅਕਲ ਵੀ ਇੱਕ ਕਲਾ ਹੈ ਕਿ ਬੰਦੇ ਦਾ, ਕਿਉਂਕਿ ਇੱਕ ਹੁੰਦਾ ਇਲਮ, ਇੱਕ ਹੁੰਦੀ ਅਕਲ। ਊੜਾ ਊਠ ਇਲਮ ਹੈ, ਊਠ ਬਾਰੇ ਜਾਣਨਾ ਅਕਲ ਹੈ। ਏ ਫਾਰ ਐਪਲ ਇਲਮ ਹੈ। ਸੇਬ ਬਾਰੇ 20 ਸਵਾਲ ਹੋਰ ਨੇ ਜਿਹੜੇ ਸਾਡੇ ਬੱਚੇ ਕਦੀ ਵੀ ਮੈਡਮ ਨੂੰ ਨਹੀਂ ਕਰਦੇ ਵੀ ਸਾਡੀ ਧਰਤੀ ਤੇ ਝੋਨਾ ਕਣਕ ਹੋ ਜਾਂਦਾ, ਸੇਬ ਕਿਉਂ ਨਹੀਂ ਹੁੰਦੇ, ਕਿਹੜੀ ਰੁੱਤੇ ਹੁੰਦੇ ਨੇ, ਕਿੰਨੇ ਸਾਲਾਂ ਦਾ ਬੂਟਾ ਫਲ ਦਿੰਦਾ, ਖਾਣ ਦੇ ਕੀ ਫਾਇਦੇ ਨੇ, ਕਿਹੜੇ ਵਿਟਾਮਿਨ ਹੁੰਦੇ ਨੇ, ਕਿੰਨੇ ਸਮੇਂ ਬਾਅਦ ਸੇਬ ਖਰਾਬ ਹੁੰਦਾ, ਕਿੰਨੇ ਸਮੇਂ ਬਾਅਦ ਬੂਟਾ ਫਲ ਦੇਣੋਂ ਹਟ ਜਾਂਦਾ, ਇਹਨੂੰ ਜਲਵਾਯੂ ਕਿਹੜਾ ਚਾਹੀਦਾ, ਇਹਨੂੰ ਬਿਮਾਰੀਆਂ ਕਿਹੜੀਆਂ ਪੈਂਦੀਆਂ ਨੇ। 20 ਸਵਾਲ ਹੋਰ ਨੇ। ਇਹ ਜਿਹੜੇ 20 ਸਵਾਲ ਇਹ ਅਕਲ ਹੈ। ਜਿਹੜਾ ਏ ਫਾਰ ਐਪਲ ਹੈ, ਇਲਮ ਹੈ। ਇਸੇ ਲਈ ਸਾਡੇ ਸਮਾਜ ਵਿੱਚ ਇਲਮ ਦੀਆਂ ਡਿਗਰੀਆਂ ਬਹੁਤ ਨੇ, ਪਰ ਇਹਨਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਇੱਕੋ ਜਿਹੀਆਂ ਨੇ। ਅਨਪੜ੍ਹ ਬੰਦਾ ਵੀ ਸਮੈਕ ਪੀ ਜਾਂਦਾ, ਪੜ੍ਹਿਆ ਲਿਖਿਆ ਵੀ ਸਮੈਕ ਪੀ ਜਾਂਦਾ। ਅਨਪੜ੍ਹ ਬੰਦਾ ਵੀ ਤੰਬਾਕੂ ਪੀ ਜਾਂਦਾ, ਪੜ੍ਹਿਆ ਲਿਖਿਆ ਵੀ ਬੀੜੀ ਲਾਈ ਬੈਠਾ। ਅਨਪੜ੍ਹ ਬੰਦਾ ਵੀ ਦਾਰੂ ਪੀ ਕੇ ਡਿੱਗਿਆ ਪਿਆ, ਪੜ੍ਹਿਆ ਲਿਖਿਆ ਵੀ ਨਾਲ ਹੀ ਡਿੱਗਿਆ ਪਿਆ। ਦੋਨਾਂ 'ਚ ਫਰਕ ਕੀ ਹੋਇਆ? ਉਹਦੇ ਕੋਲੇ 14-16 ਸਾਲ ਦੀਆਂ ਡਿਗਰੀਆਂ ਨੇ। ਜਿਹੜੀਆਂ ਫੋਕਟ ਕਰਮਕਾਂਡ ਅਨਪੜ੍ਹ ਬੰਦਾ ਉਹੀ ਪੜ੍ਹਿਆ ਲਿਖਿਆ, ਉਹੀ ਕੋਠੀ ਦੇ ਉੱਤੇ ਕੁੱਜਾ ਅਨਪੜ੍ਹ ਦੀ ਤੇ ਲਟਕਦਾ ਵੀ ਇਹਨੂੰ ਨਜ਼ਰ ਨਾ ਲੱਗ ਜੇ, ਉਹੀ ਜਿਹੜਾ ਇੰਜੀਨੀਅਰ ਹੈਗਾ ਉਹ ਵੀ ਕਾਲਾ ਕੁੱਜਾ ਲਟਕਾਈ ਬੈਠਾ ਵੀ ਸਾਡੀ ਕੋਠੀ ਨੂੰ ਨਜ਼ਰ ਨਾ ਲੱਗ ਜੇ। ਉਹੀ ਸਾਡੇ ਜੇ ਇਹ ਆਪਾਂ ਸ਼ਾਇਦ ਸਬਜੈਕਟ ਆਪਣਾ ਕੱਲ੍ਹ ਦਾ, ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਜਿਹੜੀ ਇਹਦੇ 'ਚ ਫਰਕ ਹੋਣਾ ਚਾਹੀਦਾ। ਮਤਲਬ ਦੋਨਾਂ ਦੇ ਵਿੱਚ ਫਿਰ ਅਕਲ ਜਿਹੜੀ ਹੈ ਇਹ ਮਨੁੱਖ ਨੂੰ ਸੁਚੇਤਤਾ ਵੱਲ ਲਿਜਾਂਦੀ ਹੈ। ਇਲਮ ਉਹਨੂੰ ਪਹਿਲਾਂ ਪ੍ਰੇਰਦਾ ਔਰ ਇਸ ਤੋਂ ਬਾਅਦ ਨਿਯਮ ਵੀ ਇੱਕ ਕਲਾ ਹੈ। ਨਿਯਮ ਜਿਸ ਬੰਦੇ ਦਾ
ਟਾਈਮ ਟੇਬਲ ਨਹੀਂ ਹੈ ਲਾਈਫ ਦਾ, ਨਿਯਮ ਨਹੀਂ ਆ, ਤਰੱਕੀ ਨਹੀਂ ਕਰ ਸਕਦਾ। ਇਸ ਲਈ ਸਾਡਾ ਉੱਠਣਾ, ਸਾਡਾ ਬੈਠਣਾ, ਸਾਡਾ ਜਾਗਣਾ, ਤੇ ਸਤਿਗੁਰਾਂ ਨੇ ਕੁਦਰਤ ਨੂੰ ਕਿਹਾ ਕਿ ਉਹ ਨਿਯਮ ਦੇ ਅਧੀਨ ਹੈ। ਉਹ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਚੰਦਰਮਾ ਵੀ ਇੱਕ ਨਿਯਮ ਵਿੱਚ ਹੈ। ਉੱਥੇ ਭੈ ਦਾ ਅਰਥ ਨਿਯਮ ਹੈ, ਉਹ ਇੱਕ ਨਿਯਮ ਵਿੱਚ ਨੇ, ਇੱਕ ਡਿਸਪਲਿਨ ਵਿੱਚ ਨੇ। ਤੇ ਮਨੁੱਖ ਕੋਲੇ ਨਿਯਮ ਦਾ ਆਰਟ ਹੋਵੇ, ਨਿਯਮ ਦੀ ਕਲਾ ਹੋਵੇ, ਤੇ ਉਹ ਕਦੀ ਜ਼ਿੰਦਗੀ ਦੇ ਵਿੱਚ ਘਾਟੇ 'ਚ ਨਹੀਂ ਜਾ ਸਕਦਾ। ਉਹਦਾ ਨਿਯਮ ਜਿਹੜਾ ਉਹਦਾ ਅਸੂਲ ਹੈ, ਅਸੂਲ ਉਹਦੇ ਤੇ ਉਹ ਜਦ ਪਹਿਰਾ ਦਿੰਦਾ। ਔਰ ਇਸੇ ਤਰ੍ਹਾਂ ਜਿਹੜਾ ਬ੍ਰਹਮ ਵੀ ਇੱਕ ਕਲਾ ਹੈ, ਔਰ ਚਾਤਰਤਾ ਵੀ ਇੱਕ ਕਲਾ ਹੈ। ਚਾਤਰ ਦਾ ਅਰਥ ਤੇ ਸਿਆਣਪ ਹੈ, ਚਤਰ ਦਾ ਅਰਥ ਹੁੰਦਾ ਚਲਾਕ, ਚਾਤਰਤਾ ਦਾ ਅਰਥ ਹੁੰਦਾ ਸਿਆਣਪ। ਜਿਹੜੀ ਸਿਆਣਪ ਹੈ, ਜਿਹੜੀ ਦੂਰ ਅੰਦੇਸ਼ੀ ਹੈ, ਜਿਹੜੀ ਦੂਰ ਦ੍ਰਿਸ਼ਟੀ ਹੈ, ਇਹ ਮਨੁੱਖ ਨੂੰ ਇੱਕ ਉਹਦੇ ਵਿੱਚ ਇੱਕ ਸ਼ਕਤੀ ਪੈਦਾ ਕਰਦੀ ਹੈ ਕਿ ਉਹ ਘਾਟਾ ਨਹੀਂ ਖਾਏਗਾ ਜ਼ਿੰਦਗੀ ਦੇ ਵਿੱਚ, ਉਹ ਲਾਭ ਹਾਨੀ ਸੋਚ ਕੇ ਚੱਲੇਗਾ। ਸ਼ੇਖ ਸਾਦੀ ਨੂੰ ਕਿਸੇ ਨੇ ਪੁੱਛਿਆ ਸੀ ਇੰਨੀ ਅਕਲ ਕਿੱਥੋਂ ਸਿੱਖੀ? ਉਹ ਕਹਿੰਦਾ ਨੇਤਰਹੀਣਾ ਕੋਲੋਂ। ਕਹਿੰਦਾ ਉਹ ਕਿਵੇਂ? ਉਹ ਕਹਿੰਦਾ ਜਦ ਤੱਕ ਧਰਤੀ ਮਾਪ ਨਹੀਂ ਲੈਂਦੇ ਅਗਲਾ ਕਦਮ ਨਹੀਂ ਪੱਟਦੇ। ਮੈਂ ਕਹਿੰਦਾ ਨਾ, ਤੁਸੀਂ ਸਾਰਾ ਹਿੰਦੁਸਤਾਨ ਘੁੰਮ ਲਓ, ਕਦੀ ਕਿਤੇ ਨੇਤਰਹੀਣ ਬੰਦਾ ਤੁਹਾਨੂੰ ਸੜਕ ਤੇ ਡਿੱਗਿਆ ਨਹੀਂ ਮਿਲੇਗਾ, ਪਰ ਸਜਾਖੇ ਤੁਹਾਨੂੰ ਹਰ ਕਿਲੋਮੀਟਰ ਤੇ ਡਿੱਗੇ ਪਏ ਦਿਸਣਗੇ। ਕਿਸੇ ਦਾ ਟਰੱਕ ਵੱਜਾ, ਕਿਸੇ ਦੀ ਬੱਸ ਵੱਜੀ ਆ, ਕਿਸੇ ਦਾ ਰਿਕਸ਼ਾ ਵੱਜਾ, ਕੋਈ ਉਹੀ ਲੜੀ ਜਾਂਦਾ, ਤੂੰ ਮੇਰੇ 'ਚ ਕਿਉਂ ਵੱਜਾ। ਮਤਲਬ ਸਜਾਖੇ ਹਰ ਥਾਂ ਡਿੱਗਣਗੇ ਕਿਉਂਕਿ ਧਰਤੀ ਮਾਪ ਕੇ ਨਹੀਂ ਚੱਲਦੇ। ਨੇਤਰਹੀਣ ਕਿਤੇ ਵੀ ਨਹੀਂ ਡਿੱਗੇਗਾ ਕਿਉਂਕਿ ਧਰਤੀ ਮਾਪ ਕੇ ਚੱਲਦਾ। ਇਹ ਜਿਹੜਾ ਜੀਵਨ ਦੀ ਇਹ ਵੀ ਇੱਕ ਸ਼ਕਤੀ ਹੈ। ਖੈਰ, ਆਪਣੇ ਵਿਸ਼ੇ ਦਾ ਜਿਹੜਾ ਰੂਪ ਹੈ, ਇਹ ਜਿਹੜੀਆਂ 16 ਸ਼ਕਤੀਆਂ ਨੇ, ਤੇ ਮਨ ਜਿਹੜਾ ਗਿਆਨ ਇੰਦਰੀਆਂ ਤੋਂ ਗਿਆਨ ਪ੍ਰਾਪਤ ਕਰਦਾ, ਜਦ ਉਹਨੂੰ ਅਹਿਸਾਸ ਹੁੰਦਾ ਕਿ ਹਰਮੰਦਰ ਹੀ ਇਹ ਸਰੀਰ ਹੈ, ਕਿ ਇਸ ਹਰ ਹਿਰਦੇ ਦੇ ਵਿੱਚ ਜੇ ਹਰੀ ਦਾ ਵਾਸਾ ਹੈ, ਤਾਂ ਮੈਂ ਫਿਰ ਕਿਸੇ ਬੰਦੇ ਦਾ ਦਿਲ ਨਹੀਂ ਦਿਖਾਉਣਾ, ਕਿਉਂਕਿ ਉਹਦੇ ਅੰਦਰ ਵੀ ਪ੍ਰਭੂ ਵਸਦਾ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਬਚਨ ਹੈ ਨਾ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨਬੋ, ਮਨੁੱਖ ਦੀ ਜਾਤ ਕੇਵਲ ਮਨੁੱਖ ਹੈ। ਤੇ ਜੇ ਹਰ ਮਨੁੱਖ ਦਾ ਹੀ ਹਿਰਦੇ ਵਿੱਚ ਹਰਮੰਦਰ ਹੈ, ਹਰ ਸਰੀਰ ਹੀ ਜੇ ਹਰਮੰਦਰ ਹੈ, ਫਿਰ ਇਹਦੇ ਵਿੱਚ ਜਿਹੜੀ ਜਾਤ ਪਾਤ ਹੈ, ਜਿਹੜੀ ਊਚ ਨੀਚ ਹੈ, ਜਿਹੜਾ ਭੇਦਭਾਵ ਫਿਰ ਹੋ ਨਹੀਂ ਸਕਦਾ, ਕਿਉਂਕਿ ਹਰ ਸਰੀਰ ਨੂੰ ਅਧਿਕਾਰ ਹੈ। ਹਰ ਸਰੀਰ ਦੇ ਹਰ ਹਿਰਦੇ ਵਿੱਚ ਜੇ ਪ੍ਰਭੂ ਵਸਦਾ। ਤੇ ਸਤਿਗੁਰਾਂ ਨੇ ਇਸ ਸਮਾਜ ਨੂੰ ਜਾਗਰਤ ਕੀਤਾ ਕਿ ਜਿਹੜੇ ਮੰਦਰਾਂ ਤੋਂ ਸ਼ਬਦ ਹਰਮੰਦਰ ਸ਼ਬਦ ਆਇਆ। ਸਤਿਗੁਰਾਂ ਨੇ ਮੰਦਰ ਸ਼ਬਦ ਨਹੀਂ ਵਰਤਾ, ਇਸੇ ਲਈ ਹਰਮੰਦਰ ਵਰਤਿਆ ਕਿ ਮੰਦਰ ਜਿਹੜੀ ਭਿੰਨਤਾ ਪਾਈ ਬੈਠੇ ਨੇ। ਮੈਂ ਆਲੋਚਨਾ ਨਹੀਂ ਕਰ ਰਿਹਾ, ਜਨਰਲ ਰੂਪ ਵਿੱਚ ਜਿਹੜਾ ਧਰਤੀ ਦਾ ਸੱਚ ਆ ਉਹਦੀ ਗੱਲ ਕਰ ਰਿਹਾ। ਤੇ ਸਤਿਗੁਰੂ ਕਹਿੰਦੇ ਕਿ ਤੁਸੀਂ ਆਪਣੇ ਇਸ ਹਰਮੰਦਰ ਵੱਲ ਪਰਿਵਰਤਿਤ ਹੋ, ਕਿ ਇਸ ਹਰਮੰਦਰ ਨੂੰ ਜਦ ਇਸ ਮਨ ਕੋ ਕੋਈ ਖੋਜੋ ਭਾਈ, ਜਾਂ ਹਰਮੰਦਰ ਵਸਤ ਅਨੇਕ ਹੈ ਨਵਨਿਧ ਨਾਮ ਸਮਾਲ, ਵੀ ਇਹਦੇ ਵਿੱਚ ਹੀ ਤੁਹਾਡੇ ਸਰੀਰ ਦੇ ਵਿੱਚ ਹੀ ਆ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਇਹ ਤਾਂ ਤੁਹਾਡੀ ਖੋਜ ਹੈ। ਜਾਂ ਹਰਮੰਦਰ ਇਹ ਸਰੀਰ ਹੈ, ਹਰਮੰਦਰ ਸ਼ਬਦੇ ਖੋਜੀਏ। ਫਿਰ ਕਹਿੰਦੇ ਵੀ ਸ਼ਬਦ ਨਾਲ ਖੋਜ ਕੀਤੀ ਜਾਊਗੀ, ਸੱਚਮੁੱਚ ਇਹ ਰੱਬ ਦਾ ਘਰ ਹੈ। ਔਰ ਇਸ ਤਰ੍ਹਾਂ ਹਰਮੰਦਰ ਸ਼ਬਦ, ਹਰਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸਮੇ ਰਹਿਆ ਸਮਾਏ ਰਾਮ। ਇਹ ਪੰਚਮ ਪਾਤਸ਼ਾਹ ਜੀ ਨੇ, ਹਾਲਾਂਕਿ ਪੰਚਮ ਪਾਤਸ਼ਾਹ ਜੀ ਨੇ ਜਦ ਹਰਮੰਦਰ ਦੀ ਸਿਰਜਣਾ ਕੀਤੀ ਤੇ ਇਹ ਸ਼ਬਦ ਵੀ ਲਿਖਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵੀ ਤੈਨੂੰ ਉਸ ਵਧਾਤੇ ਪੁਰਖ ਨੇ ਬੱਧਾ ਸਵਾਰਿਆ ਤਾਂ ਤੂੰ ਇੰਨਾ ਸੋਹਣਾ ਲੱਗਦਾ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਰਮੰਦਰ ਜਿਹੜਾ ਕਨਸੈਪਟ ਹੈ ਉਹਦੇ ਨਾਲ ਫੇਰ ਜੁੜੇ, ਤੇ ਪੰਚਮ ਪਾਤਸ਼ਾਹ ਜੀ ਨੇ ਦੂਜਾ ਸ਼ਬਦ ਵੀ ਉਚਾਰਿਆ ਜਿਹੜਾ ਸਰੀਰ ਦੇ ਪ੍ਰਥਾਏ ਹੈ, ਹਰਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸਮੈ ਰਹਿ ਸਮਾਏ ਜੀਓ। ਕਹਿੰਦੇ ਵੀ ਇਹ ਉਸ ਪ੍ਰਮਾਤਮਾ ਨੇ ਸਿਰਜਿਆ ਤੇਰੇ ਸਰੀਰ ਨੂੰ, ਤੇ ਤੇਰੇ ਸਰੀਰ ਦੇ ਵਿੱਚ ਹੀ ਵਸਦਾ। ਕਿਉਂਕਿ ਹੁਣ ਆਪਾਂ ਦੋਨਾਂ ਦਾ ਜਦੋਂ ਮੇਲ ਕਰਾਂਗੇ ਨਾ, ਵੀ ਹਰਮੰਦਰ ਸਰੀਰ ਦਾ ਤੇ ਹਰਮੰਦਰ ਸਾਹਿਬ ਦਾ, ਤੇ ਫਿਰ ਨੈਚੁਰਲੀ ਮੇਰਾ ਖਿਆਲ ਸਾਡੇ ਇਸ ਸਵਾਲ ਦਾ ਉੱਤਰ ਵਧੀਆ ਤਰੀਕੇ ਨਾਲ ਹੱਲ ਹੋਇਆ। ਸਤਿਗੁਰਾਂ ਨੇ ਸਰੀਰ ਨੂੰ ਵੀ ਹਰਮੰਦਰ ਕਿਹਾ, ਪਰ ਜਿਹੜੀ ਬਿਲਡਿੰਗ ਬਣਾਈ ਉਹਦੇ ਵਿੱਚ ਵੀ ਇਸ ਹਰਮੰਦਰ ਵਾਲੇ ਗੁਣ ਰੱਖੇ। ਪਹਿਲਾ ਗੁਣ ਵੀ ਉਹ ਜਲ ਦੇ ਵਿੱਚ ਹੈ, ਤੇ ਫਿਲਾਸਫਰਾਂ ਨੇ ਕਿਹਾ ਉਹ ਪਾਣੀ ਜਿਹੜਾ ਮਾਇਆ ਦੇ ਸਮਾਨ ਆ। ਜਿਵੇਂ ਸੰਸਾਰ ਦੇ ਵਿੱਚ ਮਾਇਆ ਹੈ ਤੇ ਇਹਦੇ ਵਿੱਚ ਰਹਿੰਦਿਆਂ ਮਨੁੱਖ ਨੇ ਨਿਰਲੇਪ ਰਹਿਣਾ, ਤੇ ਹਰਮੰਦਰ ਉਸ ਸੰਸਾਰ ਰੂਪੀ ਜਿਹੜਾ ਜਲ ਉਹਦਾ ਪ੍ਰਤੀਕ ਆ, ਤੇ ਉਹਦੇ ਵਿੱਚ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਵੀ ਹੈ।